किसानी अंदोलन ਨੂੰ ਲੈ ਕੇ ਜਿਵੇਂ ਰੋਸ਼ ਦੇਖਿਆ ਗਿਆ, ਰੋਸ਼ ਲਗਾਤਾਰ ਅੱਜ ਵੀ ਉਵੇਂ ਬਰਕਰਾਰ ਬਣਿਆ ਹੋਇਆ ਹੈ। ਦੂਜੇ ਪਾਸੇ ਦੇਖਿਆ ਜਾਵੇ ਤਾਂ ਅਭੈ ਚੌਟਾਲਾ ਨੇ ਕਿਹਾ ਸੀ ਕਿ 26 ਜਨਵਰੀ ਤੱਕ ਗੱਲ ਮੰਨ ਲਓ, ਨਹੀਂ ਫਿਰ ਮੈਂ ਅਸਤੀਫਾ ਦੇ ਦੂੰਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਅਸਤੀਫਾ ਦੇ ਵੀ ਦਿੱਤਾ ਹੈ ਤੇ ਅੱਗੇ ਸਵੀਕਾਰ ਵੀ ਹੋ ਗਿਆ। ਅਭੈ ਚੌਟਾਲਾ ਸਾਡੇ ਨਾਲ ਨੇ। ਆਖਰਕਾਰ ਅਸਤੀਫੇ ਨਾਲ ਫਰਕ ਤੇ ਦੂਜੇ ਪਾਸੇ ਦੇਖਿਆ ਜਾਵੇ ਹੁਣ ਮਹਿਸੂਸ ਕਿਹਾ ਜਾ ਕਰਦੇ ਨੇ, ਕਿਉਂਕਿ ਜਦੋਂ ਕੱਲ ਇਹ ਅਸਤੀਫਾ ਦੇ ਕੇ ਆਏ ਤਾਂ ਜਿੱਤ ਨਾਲੋਂ ਜ਼ਿਆਦਾ ਖੁਸ਼ੀ ਦੇਖ ਰਹੀ ਸੀ ਤੁਹਾਡੇ ਚਿਹਰੇ 'ਚ, ਵੀ ਜਿਸ ਤਰ੍ਹਾਂ ਦੇ ਨਾਲ ਵੀ ਖੁੱਲ ਕੇ ਹਾਂ ਠੀਕ ਹੈ ਵੀ ਹੁਣ ਕਿਸਾਨੀ ਸਮਰਥਨ ਦੇ ਵਿੱਚ ਇੱਕ ਵਿਧਾਇਕਸ਼ਿਪ ਤੋਂ ਇਲਾਵਾ ਹੁਣ ਆਮ ਕਿਸਾਨ ਵਾਂਗੂ ਜਾਓ। ਸਾਡੀ ਪਾਰਟੀ ਤਾਂ ਪਹਿਲੇ ਦਿਨੋਂ ਹੀ ਸਾਡੇ ਤਾਂ ਇੱਕ ਲੇਵਲ ਹੈ ਵੀ ਇਹ ਕਿਸਾਨਾਂ ਦੀ ਪਾਰਟੀ ਹੈ। ਔਰ ਚੌਧਰੀ ਦੇਵੀਲਾਲ ਨੇ ਤਾਂ ਆਜ਼ਾਦੀ ਤੋਂ ਲੈ ਕਰਕੇ ਆਜ਼ਾਦੀ ਤੋਂ ਪਹਿਲਾਂ ਦੇਸ਼ ਆਜ਼ਾਦ ਕਰਨ ਦੀ ਲੜਾਈ ਲੜੀ, ਫਿਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸੁਪਨਾ ਤਾਂ ਇਹ ਦਿਖਾਇਆ ਗਿਆ ਸੀ ਵੀ ਹਿੰਦੁਸਤਾਨ ਜਿਹੜਾ ਕ੍ਰਿਸ਼ੀ ਪ੍ਰਧਾਨ ਦੇਸ਼ ਹੈ। ਔਰ ਗਾਂਧੀ ਜੀ ਨੇ ਇੱਕ ਨਾਰਾ ਵੀ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਵੀ ਸੱਤਾ ਦਾ ਰਸਤਾ ਜਿਹੜਾ ਹੈ ਉਹ ਕਿਸਾਨ ਦੇ ਖੇਤ ਦੇ ਵਿੱਚ ਦੀ ਹੋ ਕਰਕੇ ਜਾਏਗਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ, ਭਾਵ ਇਹ ਸੀ ਕਿ ਕਿਸਾਨ ਪਹਿਲਾਂ ਇਸ ਦੇਸ਼ ਦਾ ਖੁਸ਼ਹਾਲ ਬਣੇ, ਫਿਰ ਸਰਕਾਰ ਚੱਲੇਗੀ। ਲੇਕਿਨ ਕਿਸਾਨ ਦੀ ਅਣਦੇਖੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਾਂਗਰਸ ਦਾ ਰਾਜ ਬਣਿਆ, ਉਸੇ ਰਾਜ 'ਚ ਅਣਦੇਖੀ ਹੋਣੀ ਸ਼ੁਰੂ ਹੋ ਗਈ ਸੀ। ਜਦੋਂ ਕਾਂਗਰਸ ਦਾ ਰਾਜ ਗਿਆ, ਜਨਤਾ ਦਲ ਬਣੀ, ਜਨਤਾ ਪਾਰਟੀ ਦੀ ਸਰਕਾਰ ਬਣੀ, ਉਹਨਾਂ ਟਾਈਮਾਂ 'ਚ ਕਿਸਾਨ ਨੂੰ ਕੋਈ ਮਾੜਾ ਮੋਟਾ ਫਾਇਦਾ ਹੋਇਆ ਸੀਗਾ। ਚੌਧਰੀ ਦੇਵੀਲਾਲ ਨੇ ਤਾਂ ਕਿਸਾਨ ਵਾਸਤੇ ਜਦੋਂ ਪਾਵਰ 'ਚ ਸੀਗੇ ਚੰਗੇ ਕਾਨੂੰਨ ਬਣਾਏ। ਇਸ ਦੇਸ਼ ਦੇ ਵਿੱਚ ਜੇ ਕਿਸੇ ਨੇ ਕਿਸਾਨ ਦਾ ਕਰਜ਼ਾ ਮਾਫ ਕੀਤਾ ਤੇ ਉਸ ਸ਼ਖਸ ਦਾ ਨਾਂ ਚੌਧਰੀ ਦੇਵੀਲਾਲ ਹੀ ਸੀ। ਉਸ ਤੋਂ ਪਹਿਲਾਂ ਕਿਸੇ ਨੇ ਵੀ ਇੱਕ ਪੈਸਾ ਕਿਸਾਨ ਦਾ ਕਰਜ਼ ਮਾਫ ਨਹੀਂ ਕੀਤਾ ਸੀ। ਜੇ ਕਿਸਾਨ ਦੇ ਟਰੈਕਟਰ ਨੂੰ ਕਿਸੇ ਨੇ ਗੱਡਾ ਬਣਾਇਆ, ਉਹਦੀ ਸ਼ੁਰੂਆਤ ਵੀ ਚੌਧਰੀ ਦੇਵੀਲਾਲ ਨੇ ਕੀਤੀ ਸੀ। ਜੇ ਕਿਸਾਨ ਦੇ ਖੇਤ 'ਚ ਗੜੇ ਪੈ ਗਏ, ਜ਼ਿਆਦਾ ਬਾਰਿਸ਼ ਹੋ ਗਈ, ਸੁੱਖਾ ਹੋ ਗਿਆ, ਫਸਲ ਖਰਾਬ ਹੋ ਗਈ, ਮੁਆਵਜ਼ਾ ਜੇ ਕਿਸੇ ਨੇ ਦਿੱਤਾ ਸਭ ਤੋਂ ਪਹਿਲਾਂ ਤੇ ਚੌਧਰੀ ਦੇਵੀਲਾਲ ਨੇ ਦਿਆ। ਗਰੀਬ ਜਿਹੜੇ ਸਾਡੇ ਹਰੀਜਨ ਭਰਾ ਨੇ, ਬਾਲਮੀਕੀ ਨੇ, ਤਾਣਕ ਨੇ, ਕੋਈ ਹੋਰ ਦੂਜੇ ਗਰੀਬ ਨੇ, ਜਿਨ੍ਹਾਂ ਦੇ ਕੋਲ ਕੋਈ ਬਹਿਣ ਨੂੰ ਥਾਂ ਨਹੀਂ ਸੀ, ਉਹਨਾਂ ਦੇ ਜੇ ਕੋਈ ਰਿਸ਼ਤੇਦਾਰ ਆ ਜਾਣ ਤਾਂ ਉਹਨੂੰ ਰਿਸ਼ਤੇਦਾਰ ਨੂੰ ਕਿੱਥੇ ਲਿਜਾ ਕੇ ਸੁਆਵੇ, ਉਹਦੇ ਵਾਸਤੇ ਹਰੀਜਨਾਂ ਦੀ ਬੈਕਵਰਡ ਦੀ ਚੌਪਾਲਾਂ ਬਣਾਈਆਂ, ਸਹੂਲੀਅਤ ਦਿੱਤੀ ਉਹਨਾਂ ਨੂੰ। ਉਹਨਾਂ ਦੇ ਅੱਡ ਨੰਬਰਦਾਰ ਬਣਾਏ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਤੁਹਾਡੀ ਵੀ ਕੋਈ ਬੁੱਕਤ ਹੈ ਇੱਥੇ। ਉਹਨਾਂ ਨੂੰ ਤਾਕਤ ਦੇਣ ਦਾ ਕੰਮ ਕੀਤਾ। ਹੁਣ ਜਿਹੜਾ ਕਿਸਾਨ ਦਾ ਅੰਦੋਲਨ ਚੱਲ ਰਿਹਾ, ਸਾਡੀ ਪਾਰਟੀ 'ਤੇ ਤਾਂ ਇਹ ਲੈਵਲ ਹੀ ਹੈ ਵੀ ਅਸੀਂ ਕਿਸਾਨ ਨਾਲ ਖੜ੍ਹੇ ਹਾਂ ਅਤੇ ਅਸੀਂ ਪਹਿਲੇ ਦਿਨੋਂ ਹੀ ਕਿਸਾਨ ਦੀ ਮਦਦ 'ਚ ਆਪਦੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਲਾ ਰੱਖਿਆ ਅਤੇ ਸਾਡਾ ਹਜ਼ਾਰਾਂ ਵਰਕਰ ਜਿਹੜਾ ਅੱਜ ਵੀ ਵੋਲੰਟੀਅਰ ਬਣ ਕੇ, ਜਿਹੜੇ ਕਿਸਾਨ ਬਾਹਰੋਂ ਆਏ ਨੇ, ਪੰਜਾਬ ਤੋਂ, ਰਾਜਸਥਾਨ ਤੋਂ, ਉੱਤਰ ਪ੍ਰਦੇਸ਼ ਤੋਂ, ਮੱਧ ਪ੍ਰਦੇਸ਼ ਤੋਂ, ਜਿੱਥੇ ਉਹਨਾਂ ਦੀ ਸੇਵਾ ਕਰ ਰਹੇ ਨੇ, ਉੱਥੇ ਇਸ ਅੰਦੋਲਨ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ ਦੀ ਤਾਕਤ ਵੀ ਬਣ ਰਹੀ ਹੈ। ਜਿੱਥੋਂ ਤੱਕ ਮੇਰੇ ਅਸਤੀਫੇ ਦਾ ਸਵਾਲ ਹੈ, ਸਾਡੀ ਪਾਰਟੀ ਨੇ ਫੈਸਲਾ ਕਰਿਆ ਕਿ ਜੇ 26 ਜਨਵਰੀ ਤੱਕ ਕੇਂਦਰ ਦੀ ਸਰਕਾਰ ਕਿਸਾਨ ਦੀ ਗੱਲ ਨੂੰ ਨਹੀਂ ਮੰਨਦੀ ਤੇ ਫਿਰ ਆਪਾਂ ਨੂੰ ਉਸ ਵਿਧਾਨ ਸਭਾ 'ਚ ਨਹੀਂ ਰਹਿਣਾ ਚਾਹੀਦਾ ਹੈ ਜਿੱਥੇ ਇਹਨਾਂ ਕਾਲੇ ਕਾਨੂੰਨ ਨੂੰ ਕੋਈ ਸਮਰਥਨ ਕਰਦਾ ਹੋਵੇ। ਸਾਡੇ ਤਾਂ ਸਰਕਾਰ ਵੀ ਅਤੇ ਵਿਪਕਸ਼ ਦੋਵੇਂ ਸਮਰਥਨ 'ਤੇ ਲੱਗੀ ਹੈ। ਇਸ ਕਰਕੇ ਫੈਸਲਾ ਸੀਗਾ ਅਤੇ ਜਿਹੜੀ ਮੇਰੀ ਜ਼ਿੰਮੇਵਾਰੀ ਮੇਰੇ ਪਾਰਟੀ ਦੇ ਲੋਕਾਂ ਨੇ ਲਾਈ ਸੀ, ਮੈਂ ਕੱਲ੍ਹ ਉਹ ਜ਼ਿੰਮੇਵਾਰੀ ਆਪਦੀ ਨਿਭਾ ਕੇ ਆਇਆ। ਮੈਨੂੰ ਬਹੁਤ ਲੋਕਾਂ ਨੇ ਫੋਨ ਕੀਤੇ ਸੀ, ਅੱਡ ਫੋਨ ਕਰਾਏ ਸੀ ਅੱਡ ਪਾਰਟੀਆਂ ਦੇ ਲੋਕਾਂ ਤੋਂ ਵੀ ਕਿਸੇ ਤਰ੍ਹਾਂ ਅਭੈ ਸਿੰਘ ਅਸਤੀਫਾ ਨਾ ਦੇ, ਕਿਉਂਕਿ ਮੇਰੇ ਅਸਤੀਫੇ ਦੇਣ ਤੋਂ ਬਾਅਦ ਹੁਣ ਜਿਹੜੇ ਕੋਈ ਪਿੰਡੂ ਕੌਂਸਟੀਚੁਐਂਸੀਆਂ ਬਣ ਕੇ ਆਏ ਨੇ, ਉਹਨਾਂ 'ਤੇ ਦਬਾਅ ਵਧੇਗਾ। ਲੋਕ ਉਹਨਾਂ ਨੂੰ ਜਦੋਂ ਵੀ ਕਿਸੇ ਪਿੰਡ 'ਚ ਵੜਨਗੇ ਕਹਿਣਗੇ ਵੀ
ਅਵੇ ਸਿੰਘ ਨੇ ਕਿਸਾਨਾਂ ਵਾਸਤੇ ਅਸਤੀਫਾ ਦਿੱਤਾ, ਤੁਸੀਂ ਵੀ ਦਿਓ, ਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਹੋਏਗਾ ਇਸ ਗੱਲ ਦਾ। ਉਹ ਡਰ ਕੇ ਮਾਰੇ ਮੈਨੂੰ ਇੱਧਰ ਉੱਧਰੋਂ ਫੋਨ ਕਰਾਉਂਦੇ ਸੀ ਵੀ ਤੁਸੀਂ ਇਹ ਕੰਮ ਨਾ ਕਰੋ। ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਆਖੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਅੱਜ ਸਾਨੂੰ ਇਹ ਸਲਾਹ ਦੇ ਰਹੇ ਹੋ, ਤੁਸੀਂ ਸਾਡੇ ਵੈਲ ਵਿਸ਼ਰ ਹੋ ਕਿ ਸਾਡਾ ਨੁਕਸਾਨ ਕਰਨਾ ਚਾਹੁੰਦੇ ਹੋ? ਸਾਡੇ ਤੇ ਮੇਰੇ ਤੇ ਪਰਟੀਕੂਲਰ ਲੋਕਾਂ ਨੂੰ ਇਹ ਬੜਾ ਵਿਸ਼ਵਾਸ ਰਿਹਾ ਹਮੇਸ਼ਾ ਕਿ ਮੈਂ ਜਿਹੜੀ ਗੱਲ ਕਰਦਾ ਉਹਦਾ ਨਫਾ ਨੁਕਸਾਨ ਕਦੇ ਨਹੀਂ ਸੋਚਦਾ। ਜਿਹੜਾ ਫੈਸਲਾ ਲੈ ਲਿਆ ਮੈਂ ਉਹ ਫੈਸਲੇ 'ਤੇ ਅਟਲ ਰਹਿੰਦਾ। ਆਪ ਦਾ ਫੈਸਲਾ ਮੈਂ ਕਦੇ ਕਿਸੇ ਦੇ ਦਬਾਅ 'ਚ ਜਾਂ ਕਿਸੇ ਦੇ ਬਹਿਕਾਵੇ 'ਚ ਆ ਕੇ ਬਦਲਦਾ ਨਹੀਂ। ਤੇ ਚੋਟਾਲਾ ਸਾਹਿਬ ਦੇਖਿਆ ਜਾਵੇ ਜਿਵੇਂ ਕੱਲ ਜਦੋਂ ਦੇਖਣ ਨੂੰ ਮਿਲਿਆ ਉਦੋਂ ਬਾਅਦ ਦਾ ਰਿਸਪੌਂਸ ਇਹ ਸੀਗਾ ਵੀ ਮੈਂ ਤੁਹਾਨੂੰ ਉੱਥੇ ਵੀ ਪੁੱਛਿਆ ਸੀਗਾ ਤੁਹਾਡੇ ਅਸਤੀਫੇ ਨਾਲ ਕੀ ਫਰਕ ਪਊਗਾ, ਪਰ ਉਹਦਾ ਜੇ ਕਹੀਏ ਕਿ ਥੋੜਾ ਥੋੜਾ ਤਾਂ ਲੋਕਾਂ ਨੇ ਖੈਰ ਜਵਾਬ ਦਿੱਤਾ, ਕਿਉਂਕਿ ਜਦੋਂ ਉਹ ਖਬਰ ਚੱਲੀ ਉਹਦੇ ਨੀਚੇ ਕਮੈਂਟਾਂ ਦੀ ਇੱਕ ਲੰਬੀ ਫਹਿਰਿਸਤ ਸੀ ਜਿਹਦੇ ਵਿੱਚ ਬਾਕੀਆਂ ਨੂੰ ਸਵਾਲ ਕੀਤੇ ਗਏ, ਜਿਵੇਂ ਕਿ ਤੁਸੀਂ ਕਿਹਾ ਸੀਗਾ ਵੀ ਪੰਚ ਵੀ ਨਹੀਂ ਕੋਈ ਜਿੱਤ ਕੇ ਆਉਣਾ ਹੈਗਾ ਜੇ ਅੱਜ ਤੁਸੀਂ ਕਿਸਾਨਾਂ ਦੇ ਨਾਲ ਨਹੀਂ ਖੜਦੇ, ਤਾਂ ਲੱਗਦਾ ਵੀ ਤੁਹਾਡਾ ਇੱਕ ਅਸਤੀਫਾ ਇੱਕ ਪੂਰੀ ਸਰਕਾਰ ਤੇ ਭਾਰੀ ਪਊਗਾ। ਸਰਕਾਰ ਨਹੀਂ ਬਲਕਿ ਹੁਣ ਤਾਂ ਗੁਆਂਢੀ ਸੂਬਿਆਂ 'ਚ ਵੀ ਇਹ ਗੱਲ ਉੱਠਣ ਲੱਗ ਗਈ ਕਿ ਅਭੈ ਚੌਟਾਲਾ ਜਦੋਂ ਅਸਤੀਫਾ ਦੇ ਸਕਦੇ ਨੇ ਤਾਂ ਬਾਕੀ ਚੁੱਪ ਕਿਉਂ? ਮੈਂ ਬਾਕੀ ਥਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਸਾਡੇ ਜਿਹੜੇ ਮੈਂ ਦੱਸਿਆ ਸੀ ਵੀ ਜਿਹੜੇ ਪਿੰਡੂ ਕੌਂਸਟੀਟਿਊਸ਼ਨ ਹੈ, ਗ੍ਰਾਮੀਣ ਜਿਹਨਾਂ ਨੂੰ ਕਹਿੰਦੇ ਆ, ਜਿੰਨੇ ਵੀ MLA ਬਣ ਕੇ ਆਏ ਉਹਨਾਂ ਵਾਸਤੇ ਇਹ ਮਜਬੂਰੀ ਬਣੇਗੀ ਕੱਲ੍ਹ ਨੂੰ, ਕਿਉਂਕਿ ਉਹ ਕਿਸਾਨ ਦੇ ਵੋਟ ਦੇ ਨਾਲ ਜਿੱਤ ਕੇ ਆਏ ਨੇ। ਅੱਜ ਜੇ ਕਿਸਾਨ ਨੂੰ ਸਰਕਾਰ ਕੋਈ ਪਰੇਸ਼ਾਨ ਕਰੇ, ਉਹਦੇ ਨਾਲ ਧੱਕਾ ਕਰੇ, ਤੇ ਫਿਰ ਉਹਨਾਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹ ਵੀ ਕਿਸਾਨ ਦੇ ਨਾਲ ਖੜੇ। ਕਿਸਾਨ ਦੇ ਨਾਲ ਖੜਨ ਦਾ ਹੀ ਤਰੀਕਾ ਵੀ ਪਹਿਲਾਂ ਤੁਸੀਂ ਜਾ ਕੇ ਉਹਨਾਂ ਨੂੰ ਕਹਿ ਕੇ ਆਏ ਹੋ ਵੀ ਅਸੀਂ ਤੁਹਾਡੇ ਨਾਲ ਖੜੇ ਰਵਾਂਗੇ, ਜ਼ਰੂਰਤ ਪੜੀ ਤਾਂ ਅਸੀਂ ਅਸਤੀਫਾ ਵੀ ਦੇ ਦਾਂਗੇ। ਹੁਣ ਟਾਈਮ ਹੁਣ ਦੇਣਾ ਚਾਹੀਦਾ ਹੈ। ਚੌਟਾਲਾ ਸਾਹਿਬ ਦੇਖਿਆ ਜਾਵੇ ਪੂਰਾ ਅੰਦੋਲਨ ਸ਼ਾਂਤਮਈ ਚੱਲਿਆ, ਪਰ ਜਿਹੜਾ 26 ਜਨਵਰੀ ਦਾ ਜੇ ਕਹੀਏ ਇਨਸੀਡੈਂਟ ਹੋਇਆ ਲਾਲ ਕਿਲੇ 'ਚ ਪਹੁੰਚ ਕੇ ਕਿਸਾਨ, ਹੁਣ ਕਿਸਾਨਾਂ ਨੇ ਵੀ ਕਿਹਾ ਵੀ ਜਿਹੜੇ ਦੀਪ ਸਿੱਧੂ ਹੋਣੇ ਤੇ ਲੱਖਾ ਸਧਾਣੇ ਹੋਣੇ ਸੀਗੇ ਇਹਨਾਂ ਕਰਕੇ ਸਾਡੇ ਅੰਦੋਲਨ ਨੂੰ ਫਰਕ ਪਿਆ। ਤੁਸੀਂ ਕੀ ਸਮਝਦੇ ਹੋ ਕਿ ਪੂਰੀ ਰੂਪਰੇਖਾ ਦੇ ਵਿੱਚ ਜਿੱਥੇ ਇੰਨਾ ਸ਼ਾਂਤਮਈ ਅੰਦੋਲਨ, ਜਿਹੜੇ ਲੋਕ ਇੰਨੇ ਲੰਬੇ ਸਮੇਂ ਤੋਂ ਸ਼ਾਂਤਮਈ ਬੈਠੇ ਸੀ, ਤਾਂ ਇੱਕੋ ਦਿਨ ਕੀ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਕਿ ਉੱਥੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਨੇਜਮੈਂਟ ਤੋਂ ਬਾਹਰ ਜਾ ਕੇ ਚੱਲਣੀਆਂ ਸ਼ੁਰੂ ਹੋ ਗਈਆਂ? ਇਹ ਜਿਹੜਾ ਐਪੀਸੋਡ ਹੋਇਆ ਉੱਥੇ ਉਹ ਸਰਕਾਰ ਨੇ ਕਰਾਇਆ। ਸਰਕਾਰ ਨੇ ਇੱਕ ਨਵੀਂ ਸ਼ਰਾਰਤ ਹੋਰ ਸ਼ੁਰੂ ਕਰ ਰੱਖੀ। ਸਾਡੇ ਹਰਿਆਣਾ 'ਚ ਤਾਂ ਜਿਹੜੇ ਕੋਈ ਪੁਲਿਸ ਦੇ ਸਿਪਾਹੀ ਨੇ, ਲੇਡੀਜ਼ ਕਾਂਸਟੇਬਲ ਨੇ, ਜੈਂਟਸ ਨੇ, ਉਹਨਾਂ ਨੂੰ ਸਾਦੇ ਕੱਪੜਿਆਂ 'ਚ ਬਿਠਾ ਕੇ ਉਹਨਾਂ ਦੇ ਹੱਥ 'ਚ ਤਿਰੰਗਾ ਦੇ ਕਰਕੇ ਹੁਣ ਜਿੱਥੇ ਜਿੱਥੇ ਅੰਦੋਲਨਕਾਰੀ ਬੈਠੇ ਨੇ, ਧਰਨਾ ਦੇ ਰੱਖਿਆ ਜਿੱਥੇ ਜਿੱਥੇ ਕਿਤੇ, ਉਹਨਾਂ ਦੇ ਵਿਚਾਲੇ ਜਾਂਦੇ ਨੇ, ਜਾ ਕੇ ਉੱਥੇ ਰੌਲਾ ਪਾਉਂਦੇ ਨੇ, ਕਹਿੰਦੇ ਤੁਸੀਂ ਸਾਡੇ ਤਿਰੰਗਾ ਦਾ ਅਪਮਾਨ ਕੀਤਾ ਹੈ, ਤੁਸੀਂ ਇੱਥੋਂ ਖੜੇ ਹੋ ਜਾਓ। ਮਤਲਬ ਉੱਥੋਂ ਦਾ ਮਾਹੌਲ ਵੀ ਹੁਣ ਖਰਾਬ ਕਰਕੇ ਕਿਸਾਨ ਦੇ ਜ਼ਿੰਮੇ ਲਾਉਣਾ ਚਾਹੁੰਦੇ ਨੇ। ਪਰ ਕਿਸਾਨ ਕਦੇ ਵਿਚਲਿਤ ਨਹੀਂ ਹੁੰਦਾ, ਕਿਸਾਨ ਕਦੇ ਇਹਨਾਂ ਗੱਲਾਂ ਤੋਂ ਘਬਰਾਉਂਦਾ ਨਹੀਂ। ਕਿਸਾਨ ਨੇ ਬਹੁਤ ਔਖੇ ਟਾਈਮ ਵੇਖੇ, ਅੱਜ ਵੀ ਔਖਾ ਟਾਈਮ ਵੇਖਦੇ। ਇਹ ਜਿਹੜੇ ਨਵੇਂ 3 ਕਾਨੂੰਨ ਮੈਂ ਇਹ ਬਹੁਤ ਔਖਾ ਹੈ, ਔਰ ਇਸ ਤੋਂ ਵੀ ਜ਼ਿਆਦਾ ਔਖਾ ਕਈ ਵਾਰੀ ਇਹ ਹੁੰਦਾ ਉਹਦੇ ਨਾਲ ਜਿਹੜਾ ਕਿਸਾਨ ਆਪਦੇ ਖੇਤ 'ਚ ਬੀਜ ਪਾਉਂਦਾ ਹੈ, ਉਹ ਫਸਲ 6 ਮਹੀਨੇ ਲੈਂਦੀ ਹੈ। ਉਹ 6 ਮਹੀਨੇ ਆਪਦਾ ਘਰ ਬੱਚੇ ਛੱਡ ਕੇ ਉਹ ਖੇਤੀ ਨੂੰ ਟਾਈਮ ਦਿੰਦਾ ਹੈ। ਔਰ 6ਵੇਂ ਮਹੀਨੇ ਜਦੋਂ ਪੱਕੇ ਤਿਆਰ ਹੁੰਦੀ ਹੈ, ਜੇ ਕੋਈ ਗੜੇ ਪੈ ਜਾਣ, ਜੇ ਕਿਤੇ ਕੋਈ ਸੁੱਕਾ ਹੋ ਜਾਣ, ਜੇ ਫਸਲ ਖਰਾਬ ਹੋ ਜੇ, ਤੇ ਫਿਰ ਕਿਸਾਨ ਵਿਚਲਿਤ ਨਹੀਂ, ਨਵੇਂ ਸਿਰੇ ਤੋਂ ਕਿਵੇਂ ਅਗਲੀ ਫਸਲ ਤਿਆਰ ਕਰਨੀ ਉਹਦੇ ਵਾਸਤੇ ਲੱਗ ਜਾਂਦਾ। ਸਰਕਾਰ 'ਚ ਬੈਠੇ ਲੋਕਾਂ ਨੇ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ, ਵਿਚਲਿਤ ਕਰਨ ਵਾਸਤੇ ਇਹ ਛੋਟੇ ਛੋਟੇ ਹੱਥਕੰਡੇ ਅਪਣਾਏ ਨੇ। ਇਹ ਇਹਨਾਂ ਨੂੰ ਆਪ ਨੂੰ ਭਾਰੀ ਪੈਣਗੇ। ਕਿਸਾਨ ਨਹੀਂ ਹਿੱਲੇਗਾ, ਕਿਸਾਨ ਤਕੜਾ ਹੋ ਕੇ ਲੜਾਈ ਲੜੇਗਾ। ਚੌਟਾਲਾ ਸਾਹਿਬ ਜਿਵੇਂ ਸ਼ੁਰੂ ਤੋਂ ਹੀ ਜੇ ਦੇਖਿਆ ਜਾਵੇ, ਕਿਉਂਕਿ ਹਰਿਆਣੇ ਦੀ ਜੇ ਤੁਹਾਡੀ ਸਰਕਾਰ ਦੀ ਗੱਲ ਕਰਦੇ ਆ ਤਾਂ BJP ਤਾਂ ਹੈਗੀ ਆ, ਦੂਜੇ ਪਾਸੇ JJP ਆ। BJP ਦੇ ਤਾਂ ਲਗਾਤਾਰ ਜੇ ਕਹੀਏ ਸਮਰਥਨ ਕਰ ਰਹੇ ਸੀ, ਸਾਰੇ ਜਗ੍ਹਾ ਤੇ ਸਰਕਾਰਾਂ ਨੇ ਸਮਰਥਨ ਕਰਿਆ ਤੇ ਦੂਜੇ ਪਾਸੇ ਤੁਸੀਂ ਸਮਝਦੇ ਹੋ ਕਿ ਜਿਵੇਂ ਭਾਗੀਦਾਰੀ 'ਚ ਸਰਕਾਰ ਸੀਗੀ, ਉਹਨਾਂ ਨੂੰ ਵੀ ਬੋਲਣਾ ਚਾਹੀਦਾ ਸੀ, ਇਹਦੇ ਤੇ ਡਟ ਕੇ ਖੜੇ ਹੋਣਾ ਚਾਹੀਦਾ ਸੀਗਾ, ਕਿਉਂਕਿ ਉਹਦਾ ਫਰਕ ਪੈਂਦਾ। ਮਨੋਹਰ ਲਾਲ ਖੱਟਰ ਦਾ ਬਿਆਨ ਤੁਸੀਂ ਵੀ ਸੁਣਿਆ ਹੋਣਾ ਵੀ ਡਿੰਕਾ ਮਸਤੀ ਕਰਨ ਵਾਲੇ ਲੋਕ ਨੇ, ਅਸੀਂ ਇਹਨਾਂ ਨੂੰ ਇੰਨੇ ਸੀਰੀਅਸ ਕਿਉਂ ਲਈਏ?
ਅੱਜ ਸਾਡੇ ਪ੍ਰਦੇਸ਼ 'ਚ ਸਰਕਾਰ ਨੇ ਲੁਟੇਰਿਆਂ ਦਾ ਗਿਰਾ ਹੈ, ਜਿਹੜਿਆਂ ਦਾ ਸਾਰਿਆਂ ਦਾ ਕੰਮ ਹੀ ਹੈ ਵੀ ਪੈਸੇ ਕਿਵੇਂ ਸਰਕਾਰੀ ਖਾਤੇ ਤੋਂ ਕੱਢ ਕੇ ਆਪਦੀ ਜੇਬ 'ਚ ਪਾਈਏ। ਕੋਈ ਮਿਨਿਸਟਰ ਨਹੀਂ ਬਚਾ ਜਿਹੜੇ ਤੇ ਅੱਜ ਐਲੀਗੇਸ਼ਨ ਨਹੀਂ ਹੈ। ਹੁਣ ਤਾਂ ਚੀਫ ਮਿਨਿਸਟਰ ਜੇ ਮੀਟਿੰਗ ਕਰਦਾ ਨਾ, ਪਿੱਛੇ ਕੋਈ ਠੇਕੇਦਾਰਾਂ ਨਾਲ ਮੀਟਿੰਗ ਕਰੀ ਉਹਦੇ 'ਚ ਉਹਨੇ ਪੁੱਛ ਲਿਆ ਠੇਕੇਦਾਰਾਂ ਨੂੰ ਵੀ ਸਭ ਠੀਕ ਚੱਲ ਰਿਹਾ ਨਾ, ਕੋਈ ਦਿੱਕਤ ਤਾਂ ਨਹੀਂ ਹੈ। ਤੇ ਦੋ ਬੰਦੇ ਖੜੇ ਹੋ ਗਏ, ਕਹਿਣ ਲੱਗੇ ਬੋਲੇ ਠੀਕ ਕਾਹਦਾ ਜੀ, ਸਾਡੇ ਕੋਲੋਂ 5% ਤਾਂ ਪਹਿਲਾਂ ਲੈ ਲਈਦਾ ਹੈ। ਕੰਮ ਜਦੋਂ ਤੱਕ ਅਲੋਟ ਵੀ ਨਹੀਂ ਹੁੰਦਾ ਉਸ ਤੋਂ ਪਹਿਲਾਂ ਕਹਿੰਦੇ ਵੀ ਜਿਹੜਾ 5% ਦੇਗਾ ਉਹਨੂੰ ਕੰਮ ਅਲੋਟ ਕਰ ਦਿਆਂਗੇ, ਔਰ ਫਿਰ ਉਸ ਤੋਂ ਬਾਅਦ ਜਦੋਂ ਪੇਮੈਂਟ ਆਉਂਦੀ ਹੈ ਸਰਕਾਰ ਤੋਂ 3% ਉਦੋਂ ਲੈ ਲੈਂਦੇ ਹੋ। 8.5% ਤਾਂ ਅਸੀਂ ਦੇ ਕੇ ਆਪ ਦਾ ਕੰਮ ਸ਼ੁਰੂ ਕਰਦੇ ਹਾਂ, ਤੇ ਫਿਰ ਤੁਸੀਂ ਇਹ ਕਹਿੰਦੇ ਹੋ ਵੀ ਮਟੀਰੀਅਲ ਚੰਗਾ ਨਹੀਂ ਲੱਗਿਆ, ਇੱਥੇ ਇਹ ਚੀਜ਼ ਸਹੀ ਨਹੀਂ ਪਾਈ ਗਈ, ਉਹਦੀ ਪੈਨਲਟੀਆਂ ਡੈਡੀ ਭੁਗਤਣੀ ਪੈਂਦੀ ਹੈ। ਸਾਨੂੰ ਤਾਂ ਲੱਗਦਾ ਵੀ ਇਹ ਪ੍ਰਦੇਸ਼ ਛੱਡ ਕੇ ਜਾਣਾ ਪੈਣਾ ਤੇ ਕਿ ਹੋਰ ਜਾ ਕੇ ਆਪ ਦਾ ਕਾਰੋਬਾਰ ਕਰਾਂਗੇ। ਇਹ ਹਾਲਤ ਹੈ। ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਹਰਿਆਣੇ ਦੀ ਗੱਲ ਕਰੀ ਜਾਂਦੀ ਸੀ, ਪੰਜਾਬ ਦੀ, ਪਹਿਲਾਂ ਦੋਨੇ ਧਿਰਾਂ ਨੂੰ ਐਂ ਦਿਖਾਇਆ ਜਾਂਦਾ ਸੀਗਾ, ਦੋਨੇ ਸੂਬਿਆਂ ਨੂੰ, ਕਿ ਭਾਈ ਭਾਈ ਨਹੀਂ, ਕਿਤੇ ਨਾ ਕਿਤੇ ਵਿਰੋਧ ਹੈ ਕਿਸੇ ਚੀਜ਼ਾਂ ਨੂੰ ਲੈ ਕੇ। ਪਰ ਜਿਹੜਾ ਹੁਣ ਪੂਰੀ ਸਿਚੁਏਸ਼ਨ ਦੇਖਣ ਨੂੰ ਮਿਲੀ, ਹਰਿਆਣੇ ਵਾਲਿਆਂ ਨੇ ਅੱਗੇ ਵੱਧ ਕੇ ਸਪੋਰਟ ਕਰੀ, ਨਾਲ ਤੁਰੇ, ਤਾਂ ਸਮਝਦੇ ਹੋ ਵੀ ਇਸ ਅੰਦੋਲਨ ਦੇ ਵਿੱਚੋਂ ਇਕੱਲੀ ਇਹ ਨਹੀਂ ਹੈਗਾ ਕਿਸਾਨਾਂ ਦੀ, ਤਾਂ ਖੈਰ ਹੁਣ ਵੀ ਉਮੀਦ ਹੈ ਕਿ ਜਿੱਤ ਹੋਊਗੀ, ਕਿ ਸਦਭਾਵਨਾ ਵੀ ਵਧੀਆ ਪਹਿਲਾਂ ਨਾਲੋਂ। ਹਰਿਆਣਾ ਨੇ ਸਦਾ ਪੰਜਾਬ ਨੂੰ ਵੱਡਾ ਭਰਾ ਮੰਨਿਆ, ਕਦੇ ਵਿਰੋਧਤਾ ਨਹੀਂ। ਇਸ਼ੂਜ਼ ਨੇ ਜਿਹੜੇ ਸਰਕਾਰਾਂ ਲੋਕਾਂ 'ਚ ਭੜਕਾਉਣ ਦੀ ਕੋਸ਼ਿਸ਼ ਕਰਦੀ ਨੇ। SYL ਇੱਕ ਇਸ਼ੂ ਹੈ, ਚੰਡੀਗੜ੍ਹ ਦਾ ਇਸ਼ੂ ਹੈ। ਇਹ ਜਦੋਂ ਸਮਝੌਤੇ ਹੋਏ ਸੀ, ਉਦੋਂ ਜਦੋਂ ਭੰਡਾਰਾ ਹੋਇਆ ਆਪਸ 'ਚ, ਉਦੋਂ ਜਿਹਨੂੰ ਜਿੰਨਾ ਹਿੱਸਾ ਮਿਲਣਾ ਚਾਹੀਦਾ ਸੀ ਉਸ ਟਾਈਮ ਉਹਦੇ ਵਾਸਤੇ ਇੱਕ ਦਿੱਕਤ ਇਹ ਸੀ ਵੀ ਜਿਵੇਂ SYL ਦਾ ਪਾਣੀ ਜਿਹੜਾ ਸੀ ਉਹਦਾ ਬਟਾਰਾ ਜਦੋਂ ਕੀਤਾ, ਤੇ ਅੱਗੇ ਸਾਡੇ ਇੱਥੇ ਹਰਿਆਣੇ 'ਚ ਨਹਿਰਾਂ ਨੂਰਾਂ ਸਾਰਾ ਕੁਝ ਬਣਿਆ ਨਹੀਂ ਸੀਗਾ, ਇਸ ਕਰਕੇ ਟਾਈਮ ਲੱਗਿਆ ਉਸ 'ਚ। ਮੁੜ ਕੇ ਜਿਹੜੀ ਸਰਕਾਰ ਉੱਥੇ ਬਣੀ, ਉਹਨੇ ਕਿਵੇਂ ਆਪਦੀ ਅਗਲੀ ਸਰਕਾਰ ਬਣੇ ਉਹਦੇ ਵਾਸਤੇ ਵਿਰੋਧ ਕਰਨਾ ਸ਼ੁਰੂ ਕਰਤਾ। ਲੋਕਾਂ ਨੇ ਕਦੇ ਆਪਸ 'ਚ ਆਮਣੇ ਸਾਹਮਣੇ ਕੋਈ ਤਲਵਾਰ ਨਹੀਂ ਖਿੱਚੀ। ਪੰਜਾਬ ਹਰਿਆਣੇ ਦਾ ਭਾਈਚਾਰਾ ਤਾਂ ਸਦਾ ਹੀ ਰਿਹਾ। ਪੰਜਾਬ ਸਦਾ ਵੱਡਾ ਭਰਾ ਰਿਹਾ, ਹਰਿਆਣਾ ਨੇ ਸਦਾ ਛੋਟਾ ਭਰਾ ਬਣ ਕੇ ਉਹਦੇ ਨਾਲ ਮਿਲ ਕੇ ਖੜਿਆ ਹੋਇਆ। ਹੁਣ ਤੁਸੀਂ ਦੇਖਿਆ ਨਹੀਂ, ਜਦੋਂ ਮੌਕਾ ਆਇਆ ਭਾਈਚਾਰਾ ਦਿਖਾਉਣ ਵਾਸਤੇ, ਤੇ ਇਹ ਵੀ ਦੁਨੀਆ 'ਚ ਮਿਸਾਲ ਬਣ ਗਈ ਵੀ ਪੰਜਾਬ ਦਾ ਤੇ ਹਰਿਆਣੇ ਦਾ ਭਾਈਚਾਰਾ ਜਿਹੜਾ ਹੈ ਉਹ ਬਹੁਤ ਮਜ਼ਬੂਤ ਹੈ। ਜਨਰਲ ਸਾਹਿਬ, ਕਾਂਗਰਸ ਦੀ ਤੁਸੀਂ ਗੱਲ ਕਰੀ, ਕਹਿੰਦੇ ਉੱਥੇ ਦਾ ਓਪੋਜੀਸ਼ਨ ਵੀ ਕਿਤੇ ਨਾ ਕਿਤੇ ਹਰਿਆਣੇ 'ਚ ਰਲ ਕੇ ਬੈਠ ਗਈ ਨਾਲ। ਕਾਂਗਰਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਵਿੱਚ ਦੇਖਿਆ ਜਾਵੇ ਇੱਕ ਸਰਕਾਰ ਹੈ ਮੌਜੂਦਾ ਕਾਂਗਰਸ ਦੀ, ਤਾਂ ਉਹਨਾਂ ਨੇ ਇੱਕ ਤਰ੍ਹਾਂ ਦਾ ਕੈਪਟਨ ਨੇ ਸ਼ੁਰੂ 'ਚ ਹੀ ਕਹਿਤਾ ਸੀਗਾ, ਕਿਉਂਕਿ ਇੱਕ ਦੋ ਥਾਵੇਂ ਪਰਚੇ ਹੋਏ ਸੀ, ਉਹਨਾਂ ਨੇ ਕਹਿਤਾ ਸੀ ਵੀ ਉਹ ਵਿਡਰੋ ਕਰਾਂਗੇ, ਅੱਗੇ ਕਿਸੇ ਤੇ ਦੇਵਾਂਗੇ ਨਹੀਂ। ਹਰਿਆਣੇ 'ਚ ਕੀ ਵਿਰੋਧ ਉਹਨਾਂ ਨਹੀਂ ਕਰ ਪਾਏ ਜਿਹੜਾ ਓਪੋਜੀਸ਼ਨ ਦੀ ਇੱਕ ਜ਼ਿੰਮੇਵਾਰੀ ਸੀ, ਕਰਨਾ ਚਾਹੀਦਾ? ਸਾਡੇ ਜਿਹੜੀ ਕਾਂਗਰਸ ਹੈ ਉਹ ਪਹਿਲੇ ਦਿਨ ਤੋਂ ਹੀ BJP ਦੇ ਨਾਲ ਰਲੀ ਹੈ। ਸਾਡੇ ਇੱਕ ਰਾਜ ਸਭਾ ਦਾ ਚੁਣਾਵ ਹੋਇਆ ਸੀ ਜਦੋਂ ਮੈਂ ਅਪੋਜੀਸ਼ਨ ਲੀਡਰ ਸੀ, ਕਾਂਗਰਸ ਦਾ ਅਸੀਂ ਮਿਲ ਕੇ ਕੈਂਡੀਡੇਟ ਖੜਾ ਕੀਤਾ, RK ਆਨੰਦ। ਜੇ ਅਸੀਂ ਸੱਚੇ ਮਨੋਂ ਦੋਵੇਂ ਪਾਰਟੀਆਂ ਵੋਟ ਪਾ ਦਿੰਦੀ ਤੇ ਉਹ ਜਿੱਤ ਗਿਆ ਸੀ। ਸਾਡੇ 20 MLA ਸੀ, ਇਸ ਤਾਂ ਇੱਕ ਵੋਟ ਪਾਈ। ਕਾਂਗਰਸ ਵਾਲਿਆਂ ਨੇ, ਭੁਪਿੰਦਰ ਸਿੰਘ ਹੁੱਡਾ ਨੇ ਤਾਂ ਕਿਤੇ ਮੋਹਰ ਵੀ ਨਹੀਂ ਲਾਈ ਆਪਦੇ ਵੋਟ ਤੇ, ਉਹਨੇ ਤਾਂ ਖਾਲੀ ਬੈਲਟ ਪੇਪਰ ਛੱਡਤਾ। ਕਈਆਂ ਨੇ ਆਪਦੇ ਬੈਲਟ ਪੇਪਰ ਦਿਖਾ ਕੇ ਕੈਂਸਲ ਕਰਾ ਲਏ, ਕਈਆਂ ਨੇ ਸਹੀ ਬਦਲਦੀ ਪੈਂਦੀ ਬੇਈਮਾਨਾ ਕੀਤੀ, ਤੇ BJP ਦੇ ਏਜੰਟ ਬਣ ਕੇ BJP ਦੇ ਕੈਂਡੀਡੇਟ ਨੂੰ ਜਿਤਾਇਆ। ਉਸ ਤੋਂ ਬਾਅਦ ਭੁਪਿੰਦਰ ਸਿੰਘ ਹੁੱਡਾ ਨੇ ਆਪਦੇ ਬੇਟੇ ਨੂੰ ਜਿਤਾਉਣ ਵਾਸਤੇ BJP ਦੇ ਨਾਲ ਹੱਥ ਮਿਲਾ ਲਿਆ। ਹੁਣ ਸਾਡੇ ਸੈਸ਼ਨ ਸੀਗਾ, ਸਰਕਾਰ ਦੀ ਤਰਫੋਂ ਇੱਕ ਪ੍ਰਸਤਾਵ ਆਇਆ ਸੀ ਕਿਰਸੀ ਕਾਨੂੰਨਾਂ ਦੇ ਹੱਕ 'ਚ। ਸਾਡੀ ਜ਼ਿੰਮੇਵਾਰੀ ਤਾਂ ਇਹ ਬਣਦੀ ਸੀ ਵੀ ਅਸੀਂ ਉਹਦਾ ਵਿਰੋਧ ਕਰੀਏ, ਤੇ ਵਿਰੋਧ ਅੰਦਰ ਬਹਿ ਕੇ ਆਪਦੀ ਗੱਲ ਕਹਿ ਕੇ ਕਰੀਏ। ਇਹਨਾਂ ਨੇ ਕਿਹਾ ਕਿ ਇਸ 'ਚ ਪਹਿਲਾਂ ਵੋਟਿੰਗ ਕਰਾਓ। ਮੈਂ ਤਾਂ ਅੱਜ ਤੱਕ ਕਿਸੇ ਵੀ ਅਸੈਂਬਲੀ ਪਾਰਲੀਮੈਂਟ 'ਚ ਨਹੀਂ ਦੇਖਿਆ ਵੀ ਕੋਈ ਪਹਿਲਾਂ ਵੋਟਿੰਗ ਹੁੰਦੀ ਹੈ। ਜੇ ਵੋਟਿੰਗ ਕਿਸੇ ਪ੍ਰਸਤਾਵ 'ਚ ਪਹਿਲਾਂ ਹੋ ਜਾਏਗੀ ਤੇ ਫਿਰ ਉਹਦਾ ਮਾਇਨਾ ਹੀ ਨਹੀਂ ਹੈ ਕੋਈ, ਫਿਰ ਉਸ 'ਚ ਚਰਚਾ ਕਰਨ ਦੀ ਲੋੜ ਹੀ ਨਹੀਂ। ਫਿਰ ਤਾਂ ਜਿਹੜੇ ਦੇ ਕੋਲ ਵੋਟ ਜ਼ਿਆਦਾ, ਜਿਹੜਾ ਜਿੱਤ ਗਿਆ ਉਹ ਜਿੱਤ ਗਿਆ। ਸਪੀਕਰ ਨੇ ਅਨਾਊਂਸ ਕਰ ਦੇਣਾ ਵੀ ਫੇਵਰ 'ਚ ਵੋਟ ਪੈ ਗਏ, ਅਪੋਜੀਸ਼ਨ 'ਚ ਪੈ ਗਏ, ਫੇਵਰ ਵਾਲਾ ਜਿੱਤ ਗਿਆ ਤਾਂ ਫੇਵਰ ਵਾਲਾ ਜਿੱਤ ਜਾਏਗਾ। ਤਾਂ ਇਹਨਾਂ ਨੇ ਬਜਾਏ ਉਸ 'ਚ ਆਪ ਦੀ ਗੱਲ ਰੱਖਣਾ, ਇਹ ਮੈਦਾਨ ਛੱਡ ਕੇ ਭੱਜੇ। ਇਹਨਾਂ ਦੀ ਪਾਰਟੀ ਦੀ ਜਿਹੜੀ ਪ੍ਰੈਜ਼ੀਡੈਂਟ ਹੈ ਹਰਿਆਣੇ ਦੀ, ਉਹਨੇ ਆਪ ਨੇ
ਇਹਨਾਂ ਦੀ ਨੈਸ਼ਨਲ ਬਾਡੀ ਦੀ ਮੀਟਿੰਗ ਸੀ, ਉਸ 'ਚ ਕਿਹਾ ਵੀ ਸਾਡਾ ਜਿਹੜਾ ਆਪੋਜੀਸ਼ਨ ਦਾ ਲੀਡਰ ਹੈ ਉਹ ਤਾਂ ਬੀਜੇਪੀ ਦਾ ਏਜੰਟ ਬਣ ਕੇ ਕੰਮ ਕਰਦਾ ਹੈ। ਸਾਡੇ ਇੱਥੇ ਤਾਂ ਕਾਂਗਰਸ ਹੈ ਹੀ ਨਹੀਂ, ਬੀਜੇਪੀ ਦੇ ਏਜੰਟ ਹੈ। ਤੇ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ, ਜਿਹੜੀ ਗੱਲ ਤੁਸੀਂ ਕਰੀ ਕਾਂਗਰਸ ਨੂੰ ਲੈ ਕੇ, ਜੇ ਕੇਂਦਰ 'ਚ ਦੇਖਿਆ ਜਾਵੇ ਤਾਂ ਪੰਜਾਬ 'ਚ ਵੀ ਲਗਾਤਾਰ ਵਿਰੋਧੀ ਧਿਰਾਂ ਨੇ ਜਿਹੜੀਆਂ ਹੀ ਆਰੋਪ ਲਾ ਰਹੀਆਂ ਨੇ ਕਿ ਜਦੋਂ ਇਹ ਕਮੇਟੀ 'ਚ ਸੀ ਇਹਨਾਂ ਨੇ ਵਿਰੋਧ ਨਹੀਂ ਕਰਿਆ। ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਪੂਰਾ ਮਾਮਲਾ ਤੁਸੀਂ ਵੀ ਦੇਖਿਆ ਸ਼ੁਰੂ ਤੋਂ ਲੈ ਕੇ, ਜਿਵੇਂ ਕਾਨੂੰਨ ਆਏ ਫਿਰ ਅੱਗੇ ਪਾਸ ਹੁੰਦੇ ਨੇ, ਫਿਰ ਅੱਗੇ ਐਜੀਟੇਸ਼ਨ ਹੋ ਜਾਂਦਾ। ਪੂਰੀ ਸਥਿਤੀ 'ਚ ਜਿੱਥੇ ਕਾਂਗਰਸ ਅੱਜ ਦਾ ਵਿਰੋਧ ਕਰ ਰਹੀ ਹੈ ਇਸ ਚੀਜ਼ ਨੂੰ ਲੈ ਕੇ, ਤੁਸੀਂ ਕੀ ਸਮਝਦੇ ਹੋ ਕਿ ਆਖਰਕਾਰ ਉੱਥੇ ਜੇ ਵਿਰੋਧ ਕਰਦੇ ਤਾਂ ਕਿਤੇ ਨਾ ਕਿਤੇ ਫਾਇਦਾ ਹੋਣਾ ਸੀ ਇਸ ਚੀਜ਼ ਦਾ? ਵੋਟਿੰਗ 'ਚ ਉੱਥੇ ਵੀ ਸੁਖਬੀਰ ਬਾਦਲ ਹੋਰਾਂ ਨੇ ਵੀ ਕਿਹਾ ਵੀ ਵੋਟਿੰਗ ਵੇਲੇ ਅੰਦਰ ਨਹੀਂ ਖੜੇ। ਇਹ ਨਾ ਕਾਂਗਰਸੀ ਡਰਾਮਾ ਕਰ ਰਹੇ ਨੇ। ਜਿਹੜਾ ਡਰਾਫਟ ਤਿਆਰ ਹੋਇਆ ਸੀ ਇਹ ਕਾਂਗਰਸ ਦੇ ਰਾਜ 'ਚ ਹੋਇਆ ਸੀ। 2012 'ਚ ਕਾਂਗਰਸ ਦਾ ਰਾਜ ਸੀ। ਇਹਨਾਂ ਨੇ ਪਾਰਲੀਮੈਂਟ 'ਚ ਇਹ ਬਿੱਲ ਲੈ ਕੇ ਆਏ, ਉਹਦੇ 'ਚ ਚਰਚਾ ਵੀ ਹੋਈ ਸੀ। ਉਦੋਂ ਬੀਜੇਪੀ ਨੇ ਵਿਰੋਧ ਕੀਤਾ ਸੀ। ਉਸ ਟਾਈਮ ਇਹ ਚੀਫ ਮਿਨਿਸਟਰ ਸੀਗੇ ਨਰਿੰਦਰ ਮੋਦੀ ਜੀ ਗੁਜਰਾਤ ਦੇ। KFC ਉੱਥੇ ਆਪ ਦਾ ਕਾਰਖਾਨਾ ਲੈਣਾ ਚਾਹੁੰਦੀ ਸੀ। ਇਹਨਾਂ ਬਿੱਲਾਂ ਕਰਕੇ ਉਹਦਾ ਵਿਰੋਧ ਹੋਇਆ ਅਤੇ ਉਹਨਾਂ ਨੇ ਉਹਨੂੰ ਉੱਥੇ ਕਾਰਖਾਨਾ ਨਹੀਂ ਲਾਣ ਦਿੱਤਾ। ਸਾਡੇ ਕਾਂਗਰਸ ਦੀ ਗੌਰਮੈਂਟ ਸੀ, ਚੀਫ ਮਿਨਿਸਟਰ ਦੇ ਮੁੰਡਾ ਜਿਹੜਾ ਹੈ ਉਹ ਲੋਕ ਸਭਾ ਦਾ ਮੈਂਬਰ ਸੀ। ਉਹਨੇ ਲੋਕ ਸਭਾ 'ਚ ਡਿਬੇਟ ਜਦੋਂ ਕਰ ਰਿਹਾ ਸੀ ਇਸ ਬਿੱਲ 'ਤੇ, ਜਦੋਂ ਬੋਲ ਰਿਹਾ ਸੀ, ਉਹ ਇਹ ਕਹਿ ਬੈਠਿਆ ਉੱਥੇ, ਕਿਉਂਕਿ ਕਦੇ ਵਿਚਾਰਾ ਖੇਤ ਗਿਆ ਹੀ ਨਹੀਂ, ਖੇਤੀ ਸੀਗੀ ਨਹੀਂ ਉਹਨਾਂ ਕੋਲ। ਅਤੇ ਉਹ ਜਦੋਂ ਬੋਲਣ ਵਾਸਤੇ ਖੜਿਆ ਤਾਂ ਕਹਿਣ ਲੱਗਿਆ ਵੀ KFC ਨੂੰ ਗੁਜਰਾਤ ਨੇ ਤਾਂ ਉੱਥੋਂ ਕੱਢਤਾ, ਅਸੀਂ ਦਿੱਲੀ ਦੇ ਚਾਰੇ ਚੁਫੇਰੇ ਬੈਠੇ ਹਾਂ, ਅਸੀਂ ਉਹਨੂੰ ਇੱਥੇ ਜ਼ਮੀਨ ਦੇਵਾਂਗੇ ਅਤੇ ਨਾਲੇ ਜ਼ਮੀਨ ਦੇਵਾਂਗੇ ਅਤੇ ਨਾਲੇ 2-2 ਫੁੱਟ ਦੇ ਆਲੂ ਵੀ ਦੇਵਾਂਗੇ। ਅਤੇ 2 ਫੁੱਟ ਦਾ ਆਲੂ ਤਾਂ ਅੱਜ ਤੱਕ ਦੁਨੀਆ 'ਚ ਤਾਂ ਕਿਸੇ ਨੇ ਵੇਖਿਆ ਨਹੀਂ। ਘੀਆ ਤਾਂ ਹੋ ਜਾਂਦਾ 2 ਫੁੱਟ ਦਾ, ਉਹ ਤਾਂ ਉਸ ਤੋਂ ਜ਼ਿਆਦਾ ਵੀ ਹੋ ਜਾਂਦਾ ਹੈ। ਉਦੋਂ ਬੀਜੇਪੀ ਨੇ ਵਿਰੋਧ ਕਰਕੇ ਇਹ ਗੱਲ ਸੁਸ਼ਮਾ ਸਵਰਾਜ ਨੇ ਆਖੀ ਸੀ ਹਾਊਸ 'ਚ ਵੀ ਜਿਹੜਾ ਬਿੱਲ ਲੈ ਕੇ ਆ ਰਹੇ ਹੋ ਉਹਦੀ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ। ਇਹ ਉਦੋਂ ਇਸ ਕਰਕੇ ਨਹੀਂ ਲਾਗੂ ਹੋ ਸਕਿਆ ਕਿਉਂਕਿ ਕਾਂਗਰਸ ਇਕੱਲੀ ਕੋਲੇ ਮੈਜੋਰਟੀ ਨਹੀਂ ਸੀ। ਕਈ ਪਾਰਟੀਆਂ ਨੇ ਰਲ ਕੇ ਕਾਂਗਰਸ ਦਾ ਰਾਜ ਬਣਾਇਆ ਸੀ ਅਤੇ ਕਈ ਪਾਰਟੀਆਂ ਦਾ ਜਿਹੜਾ ਰਾਜ ਬਣਾਇਆ ਸੀਗਾ ਰਲ ਕੇ, ਜਿਹੜਾ ਇਹਨਾਂ ਨੇ, ਉਹ ਜਿਹੜੇ ਉਹਦੇ ਨਾਲ ਸਾਂਝੇ ਸੀ ਰਾਜ 'ਚ, ਉਹਨਾਂ ਨੇ ਵਿਰੋਧ ਕੀਤਾ ਵੀ ਅਸੀਂ ਇਸ ਕਾਨੂੰਨ ਨੂੰ ਨਹੀਂ ਮੰਨਾਂਗੇ। ਇਸ ਕਰਕੇ ਉਹ ਵਾਪਿਸ ਲੈ ਕੇ ਕਮੇਟੀ ਨੂੰ ਦਿੱਤਾ। ਕਮੇਟੀ ਨੂੰ ਦੇਣ ਦਾ ਮਤਲਬ ਠੰਡੇ ਬਸਤੇ 'ਚ ਪਾਉਣਾ। ਅਤੇ ਕਾਂਗਰਸ ਤਾਂ ਡਰਾਮੇ ਕਰ ਰਹੀ ਹੈ ਇਕੱਲੇ ਵੀ ਅਸੀਂ ਕਿਸਾਨ ਦੇ ਨਾਲ ਖੜ੍ਹੇ ਹਾਂ। ਇਹ ਬਿੱਲ ਦਾ ਡਰਾਫਟ ਤਿਆਰ ਕਾਂਗਰਸ ਨੇ ਕੀਤਾ ਸੀ। ਇਹ ਸਾਰਿਆਂ ਨੂੰ ਪਤਾ ਹੈ, ਕਾਂਗਰਸੀਆਂ ਨੂੰ ਵੀ ਪਤਾ ਹੈ, ਬੀਜੇਪੀ ਨੂੰ ਵੀ ਪਤਾ ਹੈ। ਪਹਿਲਾਂ ਬੀਜੇਪੀ ਵਿਰੋਧ ਕਰਦੀ ਸੀ, ਹੁਣ ਕਾਂਗਰਸ ਵੀ ਵਿਰੋਧ ਕਰਦੀ ਹੈ। ਤੇ ਚੌਟਾਲਾ ਸਾਹਿਬ, ਜਿਹੜੇ ਹਿਸਾਬ ਦੇ ਨਾਲ ਜੇ ਹਰਿਆਣੇ ਦੀ ਦੇਖਿਆ ਜਾਵੇ, ਹੁਣ ਫਿਰ ਤੁਸੀਂ ਅਸਤੀਫਾ ਦਿੱਤਾ, ਇੱਕ ਚੀਜ਼ ਬੜੀ ਦੇਖਣ ਨੂੰ ਮਿਲੀ, ਸਵੀਕਾਰ ਬੜਾ ਜਲਦੀ ਹੋਇਆ, ਕਿਉਂਕਿ ਪੰਜਾਬ 'ਚ ਤਾਂ ਕਈ ਵਿਧਾਇਕਾਂ ਨੇ ਅਸਤੀਫੇ ਦੇ ਰੱਖੇ ਨੇ, ਹਜੇ ਤੱਕ ਸਵੀਕਾਰ ਨਹੀਂ ਹੋਏ ਹੈਗੇ। ਤੇ ਸਾਨੂੰ ਵੀ ਲੱਗਦਾ ਸੀਗਾ ਵੀ ਉਹ ਇੱਕ ਪੂਰਾ ਸਿਸਟਮ ਜਿਹਾ ਹੁੰਦਾ, ਉਦੋਂ ਬਾਅਦ 'ਚ ਤੁਹਾਨੂੰ ਵੀ ਪੁੱਛਿਆ ਜਾਊਗਾ, ਵਾਰੀ ਕਿਹਾ ਜਾਊਗਾ, ਤਾਂ ਸਵੀਕਾਰ ਬੜੀ ਜਲਦੀ ਹੋਇਆ। ਕੀ ਗੱਲ ਪਹਿਲਾਂ ਹੀ ਸਮਝਦੇ ਸੀ ਉਹ ਵੀ ਇਹਨੇ ਪਿੱਛੇ ਨਹੀਂ ਹਟਣਾ ਹੈਗਾ? ਪੰਜਾਬ 'ਚ ਨੂਰਾ ਕੁਸ਼ਤੀ ਹੁੰਦੀ ਹੈ। ਅਸਤੀਫਾ ਦੇਣ ਵਾਲਾ ਵੀ ਡਰਾਮਾ ਕਰਦਾ ਹੈ, ਅਸਤੀਫਾ ਜਿਹਦੇ ਕੋਲ ਜਾਂਦਾ ਹੈ ਸਰਕਾਰ ਵੀ ਫਿਰ ਉਹਦੇ ਕੋਲੋਂ ਡਰਾਮੇ ਕਰਾਉਂਦੀ ਹੈ। ਸਾਡੇ ਨੂਰਾ ਕੁਸ਼ਤੀ ਨਹੀਂ, ਸਾਡੇ ਤਾਂ ਸਟੇਟ ਫਾਰਵਰਡ ਹੈ। ਜੇ ਅਸੀਂ ਕਿਸੇ ਚੀਜ਼ ਦੇ ਨਾਲ ਡਟ ਕੇ ਖੜ੍ਹੇ ਹੋਵਾਂਗੇ ਅਤੇ ਉਹਦੇ ਵਾਸਤੇ ਕਿੱਡੀ ਕੁਰਬਾਨੀ ਦੇਣੀ ਪਵੇ, ਉਹ ਦੇਣ ਨੂੰ ਫਿਰ ਹਟਦੇ ਨਹੀਂ, ਫਿਰ ਦਿੰਦੇ ਹਾਂ। ਇੱਥੇ ਤਾਂ ਰਲ ਮਿਲ ਕੇ ਕਰਦੇ ਵਿਚਾਰੇ ਸਾਰਾ ਕੁਝ। ਚੌਟਾਲਾ ਸਾਹਿਬ, ਦੇਖਿਆ ਜਾਵੇ, ਇੱਕ ਲਾਸਟ ਨਹੀਂ ਪੁੱਛੂੰਗਾ ਤੁਹਾਡੇ ਤੋਂ ਹੁਣ ਕਿ ਹੁਣ ਫਿਰ ਅੱਗੇ ਦੀ ਕਿਸ ਤਰ੍ਹਾਂ ਦਾ ਉਹ ਲੈ ਕੇ ਚੱਲੇ ਹੋ? ਅਸਤੀਫਾ ਸਵੀਕਾਰ ਹੋ ਗਿਆ, ਦੇ ਵੀ ਦਿੱਤਾ ਤੇ ਸਵੀਕਾਰ ਵੀ ਹੋ ਗਿਆ, ਤੇ ਅੱਗੇ ਦਾ ਹੁਣ ਕੀ ਪਲੈਨਿੰਗ ਹੈ ਫਿਰ ਤੁਹਾਡੇ ਵੱਲੋਂ? ਕਿਸ ਤਰ੍ਹਾਂ ਦੇ ਨਾਲ ਸਹਿਯੋਗ ਕਰੋਗੇ? ਤੇ ਬਾਕੀ ਜਿਹੋ ਜਿਹੀ ਸਿਚੁਏਸ਼ਨ ਹੁਣ ਬਣੀ ਹੋਈ ਹੈ, ਕਿਉਂਕਿ ਅੱਜ ਵੀ ਜਿਹੜਾ ਪਤਾ ਲੱਗਿਆ ਵੀ ਬਾਰਡਰ ਤੇ ਉੱਤੇ ਕਈ ਲੋਕਾਂ ਨੇ ਆ ਕੇ ਪ੍ਰੋਟੈਸਟ ਕਰਿਆ ਵੀ ਖਾਲੀ ਕਰੋ ਸਾਡੀ ਜਗ੍ਹਾ, ਇਹ ਖਾਲੀ ਕਰ ਦਿਓ, ਅਸੀਂ ਤੰਗ ਹੋ ਰਹੇ ਹਾਂ, ਪਰੇਸ਼ਾਨ ਹੋ ਰਹੇ ਹਾਂ, ਤਾਂ ਉਹ ਪੂਰੀ ਕੀ ਰੂਪਰੇਖਾ ਰਹਿਣ ਵਾਲੀ ਹੈ? ਉਹ ਮੈਂ ਦੱਸਿਆ ਨਾ, ਡਰਾਮੇ ਹੈ। ਪੁਲਿਸ ਵਾਲੇ ਨੂੰ ਵਾਵਰਦੀ ਕਰਕੇ, ਸਾਦੇ ਕੱਪੜੇ ਪਹਿਰਾ ਕੇ, ਜਿਹੜੀ ਕੋਈ ਲੇਡੀਜ਼ ਹੈ ਉਹਨਾਂ ਨੂੰ ਵੀ ਅਤੇ ਜੈਂਟਸ ਨੂੰ ਵੀ, ਉਹਨਾਂ ਨੂੰ ਝੰਡੇ ਦੇ ਕੇ ਭੇਜਦੇ ਨੇ ਵੀ ਇਹ ਸਾਡੀ ਥਾਂ ਤੁਸੀਂ ਖਾਲੀ ਕਰੋ, ਅਸੀਂ ਪਰੇਸ਼ਾਨ ਹਾਂ। ਉਹ ਪਰੇਸ਼ਾਨ ਉਹਨਾਂ ਨੂੰ ਕਰਨਾ ਚਾਹੁੰਦੇ, ਪਰ ਇਸ ਗੱਲ ਤੋਂ ਕੋਈ ਪਰੇਸ਼ਾਨ ਨਹੀਂ ਹੋਏਗਾ। ਇਹ ਅਸਲੀਅਤ ਵੀ ਇਹਨਾਂ ਦੇ ਸਾਹਮਣੇ ਆ ਜਾਏਗੀ। ਬਿਲਕੁਲ ਇਸੇ ਵਿੱਚ ਚੌਟਾਲਾ, ਤੇ ਅਸਤੀਫਾ ਦਿੱਤਾ, ਸਵੀਕਾਰ ਵੀ ਹੋ ਗਿਆ, ਨਾਲੋਂ ਨਾਲ ਹੁਣ ਅੱਗੇ ਨੂੰ ਜੇ ਕਿਹਾ ਜਾਵੇ ਕਿਸਾਨ ਅੰਦੋਲਨ ਦੇ ਨਾਲ ਜਿਵੇਂ ਪਹਿਲਾਂ ਖੜੇ ਸੀ, ਖੈਰ ਹੁਣ ਉਦੋਂ ਵੱਧ ਕੇ ਖੜਨਗੇ, ਤੇ ਕਹਿ ਸਕਦੇ ਹਾਂ ਕਿ ਇਹਨਾਂ ਦਾ ਸਾਫ਼ ਤੌਰ ਤੇ ਕਿਤੇ ਨਾ ਕਿਤੇ ਕਹਿਣਾ ਹੈ ਕਿ
ਕਾਂਗਰਸ ਤੇ ਸਿੱਧਾ ਨਿਸ਼ਾਨਾ ਉਹਨੇ ਸਾਧਿਆ, ਕਿਉਂਕਿ ਬੀਜੇਪੀ ਤਾਂ ਹੁਣ ਲਗਾਤਾਰ ਹੀ ਦੇਖਿਆ ਜਾਵੇ ਆਰੋਪਾਂ ਦੇ ਘੇਰੇ 'ਚ ਹੈਗੀ ਹੈ। ਕਾਂਗਰਸ ਤੇ ਵੀ ਉਹਨਾਂ ਨੇ ਨਿਸ਼ਾਨਾ ਸਾਧਿਆ ਹੈ ਆਪਦੇ ਸੂਬੇ ਦੇ। ਜੇ ਕਹੀਏ ਕਿ ਜਿਹੜੇ ਉਦੋਂ ਲੋਕ ਸਭਾ ਮੈਂਬਰ ਸੀ ਉਹਦੇ ਟੀਚਰ ਕਰੀ ਹੈ ਕਿ 2 ਫੁੱਟ ਦੇ ਆਲੂ ਜਿਹੜੇ ਉਗਾਉਂਦੇ ਹੋਣ ਉਹਨਾਂ ਨੂੰ ਆਖਰਕਾਰ ਇਹਨਾਂ ਕਾਨੂੰਨਾਂ ਬਾਰੇ ਕੀ ਜਾਣਕਾਰੀ। ਖੈਰ ਬਾਕੀ ਤਾਂ ਦੇਖਿਆ ਜਾਵੇ ਸਿਆਸੀ ਪੂਰਾ ਘਮਾਸਾਨ ਚੱਲ ਰਿਹਾ, ਤਾਂ ਇਹਨਾਂ ਦੇ ਵਿੱਚ ਕਿਹਾ ਜਾ ਸਕਦਾ ਕਿ ਹੁਣ ਆਉਂਦੇ ਦਿਨਾਂ ਦੇ ਵਿੱਚ ਅਭੈ ਚੌਟਾਲਾ ਜਿਵੇਂ ਪਹਿਲਾਂ ਸੀਗੇ ਤਾਂ ਉਸ ਤੋਂ ਵੱਧ ਕੇ ਹੁਣ ਕਿਸਾਨਾਂ ਦੇ ਨਾਲ ਖੜੇ ਹੁੰਦੇ ਹੋਏ ਦਿਖਣਗੇ। ਨਾਲੋਂ ਨਾਲ ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਜਿਹੜੀਆਂ ਹੁਣ ਸਿਚੁਏਸ਼ਨ ਬਾਰਡਰ ਤੇ ਬਣਦੀ ਦਿਖ ਰਹੀ ਆ, ਉਹ ਕਿਤੇ ਨਾ ਕਿਤੇ ਸਰਕਾਰ ਕੋਝੀ ਚਾਲਾਂ ਚੱਲ ਰਹੀ ਆ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।